ਆਪਣੀ ਨੌਕਰੀ ਛੱਡਣ ਤੋਂ ਬਾਅਦ ਉਹਨੂੰ ਪਾਲਣ ਦੇ ਲਈ ਫਰਦਰੈਂਸ ਕਰਨ ਦੇ ਲਈ ਇਹਨੇ ਜਿਹੜਾ ਵਾ ਇਹ ਸਾਰਾ ਕੁਝ ਗਲਤ ਇਨਵੈਸਟੀਗੇਸ਼ਨ ਜਿਹੜੀ ਆ ਕੀਤੀ ਹੈ, ਜਿਹਦੇ ਵਿੱਚ ਜਿਹੜੇ ਬਿਆਨ ਵੀ ਜਿਹੜੇ ਆ ਉਹ ਮੈਨੂਫੈਕਚਰ ਜਿਹੜੇ ਆਪਣੇ ਕੀਤੇ ਆਪਣੇ ਆਪ ਨੂੰ ਸੂਟ ਕਰਨ ਦੇ ਲਈ। ਇਹਨੇ ਜਿਹੜੀ ਆ ਮਤਲਬ ਇੱਕ ਦਾ ਪੋਲੀਟੀਕਲ ਏਜੰਡਾ ਸੀ, ਇਹਨੇ ਜਿਹੜੇ ਆ ਮਤਲਬ ਗਲਤ ਤਰੀਕੇ ਨਾਲ ਜਿਹੜਾ ਵਾ ਉਹ SHO ਗੁਰਦੀਪ ਸਿੰਘ ਨੂੰ ਦੂਸਰੇ ਕੇਸ ਦੇ ਵਿੱਚ ਫਸਾਉਣ ਦਾ ਯਤਨ ਕੀਤਾ। ਉਹ ਉਸ ਵਿਅਕਤੀ ਨੂੰ ਝਾੜ ਪਾ ਰਹੇ ਨੇ, ਤੁਸੀਂ ਉਹ ਜੱਜ ਦੀ ਕੁਰਸੀ ਤੇ ਬਿਠਾ ਰਹੇ ਉਹ ਬਿਠਾ ਰਹੇ, ਉਹ ਵੀ ਵਿਦਆਊਟ ਫੋਲੋਇੰਗ ਦੀ ਪ੍ਰੋਪਰ ਪ੍ਰੋਸੀਜਰ। ਕੱਲ ਜਿਹੜੇ ਆ ਜਦੋਂ ਇਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਤਾਂ ਉਸ ਵੇਲੇ ਸਿਰਫ ਬਾਰ ਕੌਂਸਲ ਦੇ 4 ਮੈਂਬਰ ਉੱਥੇ ਹਾਜ਼ਰ ਸੀ। ਸਾਡੀ ਜਾਣਕਾਰੀ ਦੇ ਮੁਤਾਬਕ ਉਹਨਾਂ ਨੇ ਇਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਵਾ ਇਸ ਇਸ਼ੂ ਨੂੰ ਲੈ ਰਹੇ ਆ, ਇਹ ਜੋ ਹੋਇਆ ਬਿਲਕੁਲ ਗਲਤ ਹੋਇਆ ਤੇ ਅਸੀਂ ਜਿਹੜਾ ਗਲਤ ਆਰਡਰ ਪਾਸ ਕੀਤਾ, ਜਿਹੜਾ ਕੋਆਪਟ ਕੀਤਾ ਇਹੋ ਜਿਹੀ ਕੁਆਸ਼ੀਅਲ ਜੁਡੀਸ਼ੀਅਲ ਪੋਸਟ ਦੇ ਉੱਤੇ ਜਿਹਨੇ ਨਿਆਂ ਦੀ ਕੁਰਸੀ ਤੇ ਬੈਠਣਾ ਤੇ ਬਹੁਤ ਸਾਰੇ ਜਿਹੜੇ ਸੀਨੀਅਰ ਵਕੀਲ ਤੱਕ ਨੂੰ ਡੀਲ ਕਰਨਾ, ਔਰ ਉਹਦਾ ਜੇ ਇੱਕ ਦਿਨ ਦਾ ਤਜਰਬਾ ਨਹੀਂ ਹੈ, ਤੁਸੀਂ ਉਸ ਨੂੰ ਬਿਨਾਂ ਪ੍ਰੋਪਰ ਪ੍ਰੋਸੀਜਰ ਫਾਲੋ ਕੀਤੇ ਉੱਥੇ ਬਿਠਾ ਦਿੱਤਾ। ਸਕਾਈ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। IG ਕੁੰਵਰ ਵਿਜੇ ਪ੍ਰਤਾਪ ਸਿੰਘ ਬੀਤੇ ਕੱਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਜਜਮੈਂਟ ਆਉਣ ਤੋਂ ਪਹਿਲਾਂ ਤੱਕ ਕਿਸੇ ਹੋਰ ਹੈਸੀਅਤ ਵਿੱਚ ਸਨ। ਹੈਸੀਅਤ ਮਤਲਬ ਕਿ ਬਹੁਤ ਸਾਰੇ ਲੋਕਾਂ 'ਚ ਉਹਨਾਂ ਦੇ ਵਾਸਤੇ ਸਤਿਕਾਰ ਸੀ, ਪਰ ਜਿਸ ਤਰ੍ਹਾਂ ਦੀ ਜਜਮੈਂਟ ਆਈ ਹੈ ਉਸ ਤੋਂ ਬਾਅਦ ਇੱਕ ਵੱਡਾ ਹਿੱਸਾ, ਖਾਸ ਕਰ ਉਹਨਾਂ ਲੋਕਾਂ ਦਾ ਹਿੱਸਾ ਜੋ ਕਾਨੂੰਨ ਦੇ, ਸੰਵਿਧਾਨ ਦੇ ਜਾਣਕਾਰ ਨੇ, ਰਾਜਨੀਤੀ ਤੇ ਪਕੜ ਰੱਖਦੇ ਨੇ ਜਾਂ ਥੋੜਾ ਸੂਝਵਾਨ ਨੇ, ਉਹਨਾਂ ਦੇ ਵਿੱਚ ਸ਼ਸ਼ੋਪੰਜ ਹੋ ਗਈ ਹੈ, ਪੈਦਾ ਹੋ ਗਈ ਹੈ ਕਿ ਕੀ ਸੱਚਮੁੱਚ ਹੀ ਇਹ ਜਿਹੜਾ ਅਫਸਰ ਹੈ, ਇਹ ਜੋ ਜਾਂਚ ਹੈ ਕੋਟਕਪੂਰਾ ਗੋਲੀकांड ਦੀ ਜਾਂਚ ਇਹਨਾਂ ਨੂੰ ਸੌਂਪੀ ਗਈ ਸੀ, ਕਿ ਇਹ ਉਸ ਦਾ ਨਾਇਕ ਹੈ, ਖਲਨਾਇਕ ਹੈ, ਜਾਂ ਫਿਰ ਇਹ ਕਠਪੁਤਲੀ ਸਾਬਤ ਹੋਇਆ ਹੈ, ਜਾਂ ਫਿਰ ਇਹ ਇੱਕ ਐਸਾ ਮੋਹਰਾ ਸਾਬਤ ਹੋਇਆ ਜਿਸ ਦੀ ਵਰਤੋਂ ਸ਼ਾਇਦ ਹੀ ਕੋਈ ਐਸਾ ਸਿਆਸਤਦਾਨ ਜਾਂ ਸਿਆਸੀ ਪਾਰਟੀ ਹੋਵੇ ਜਿਹਦੇ ਦਾਮਨ ਤੇ ਬੇਅਦਬੀ ਦੇ ਗੋਲੀकांड ਦੇ ਛਿੱਟੇ ਨਾ ਹੋਣ ਜਾਂ ਇਨਸਾਫ ਦਿਵਾਉਣ ਦੇ ਵਾਅਦੇ ਤੋਂ ਫਿਰਨ ਦੇ ਜਿਹੜੇ ਨੇ ਉਹ ਦਾਗ ਨਾ ਹੋਣ, ਕਿ ਉਹਨੇ ਇਹਨੂੰ ਇਹ 'ਤੇ ਦਾ ਲਾਉਣ 'ਚ ਕੋਈ ਕਸਰ ਬਾਕੀ ਛੱਡੀ ਹੋਏ। ਸੋ ਇਸ ਸਾਰੀ ਚੀਜ਼ ਦੇ ਦੌਰਾਨ ਬੀਤੇ ਕੱਲ ਜਜਮੈਂਟ ਆਉਣ ਤੋਂ ਐਨ ਚੰਦ ਮਿੰਟ ਪਹਿਲਾਂ, ਜਿਵੇਂ ਕਿ ਸਕਾਈ ਨਿਊਜ਼ ਨੇ ਉਸ ਜਜਮੈਂਟ ਦੇ ਬਹੁਤ ਸਾਰੇ ਪਹਿਲੂ ਤੁਹਾਡੇ ਸਾਹਮਣੇ ਰੱਖ ਦਿੱਤੇ ਸਨ, ਪਰ ਇਸੇ ਦੌਰਾਨ ਇੱਕ ਘਟਨਾ ਚੰਡੀਗੜ੍ਹ ਦੇ ਵਿੱਚ ਹੀ ਇੱਕ ਹੋਰ ਵਾਪਰੀ ਸੀ। ਉਹ ਇਹ ਘਟਨਾ ਸੀ ਕਿ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ, ਜੋ ਕਿ ਕਾਨੂੰਨ ਦੀ ਡਿਗਰੀ ਦੇ ਹੋਲਡਰ ਨੇ, ਧਾਰਕ ਨੇ, ਉਹਨਾਂ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਕਾਇਦਾ ਤੌਰ ਤੇ ਵਕਾਲਤ ਕਰਨ ਦਾ ਲਾਇਸੈਂਸ ਜਾਰੀ ਕੀਤਾ ਜਾ ਰਿਹਾ ਸੀ ਤੇ ਨਾਲ ਹੀ ਉਹਦੀ ਜਿਹੜੀ ਅਨੁਸ਼ਾਸਨੀ ਕਮੇਟੀ ਹੈ ਬਾਰ ਕੌਂਸਲ ਦੀ, ਉਹਦੇ ਵਿੱਚ ਸਤਿਕਾਰ ਦਿੰਦੇ ਹੋਏ, ਬਹੁਤ ਵੱਡਾ ਸਤਿਕਾਰ ਦਿੰਦੇ ਹੋਏ ਉਹਦੇ 'ਚ ਕੋਆਪਟ ਕੀਤਾ ਜਾ ਰਿਹਾ ਸੀ, ਉਹ 'ਚ ਸ਼ਾਮਲ ਇੱਕ ਤਰ੍ਹਾਂ ਨਾਲ ਆਪਾਂ ਸਧਾਰਨ ਭਾਸ਼ਾ 'ਚ ਕਹਿ ਲਈਏ ਕਰ ਲਿਆ ਜਾ ਰਿਹਾ ਸੀ। ਪਰ ਅੱਜ ਵਕੀਲਾਂ ਦੇ ਹੀ ਇੱਕ ਵੱਡੇ ਵਰਗ ਨੇ ਇਸ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ ਹੈ ਕਿ ਜਿਸ ਵਿਅਕਤੀ ਦੇ ਖਿਲਾਫ ਹਾਈ ਕੋਰਟ ਦਾ ਸਿੰਗਲ ਬੈਂਚ ਜਿਹੜਾ ਹੈਗਾ ਇੰਨੀਆਂ ਜ਼ਿਆਦਾ ਟਿੱਪਣੀਆਂ ਦੇ ਰਿਹਾ, ਇੰਨੇ ਜ਼ਿਆਦਾ ਕਰੜੇ ਸ਼ਬਦ ਵਰਤ ਰਿਹਾ ਉਹਦੀ ਲਿਆਕਤ ਬਾਰੇ, ਉਹਦੀ ਕਾਰਜਕੁਸ਼ਲਤਾ ਬਾਰੇ, ਉਹਦੀ ਜਿਹੜੀ ਸਰਵਿਸ ਦੀ ਜਿਹੜੀ ਟਨਿਓਰ ਹੈ ਉਹਦੇ ਬਾਰੇ, ਉਹਦੇ ਕੰਮਕਾਜ ਦੇ ਰੰਗ ਢੰਗ ਬਾਰੇ, ਉਹਦੀ ਬਿਆਨਬਾਜ਼ੀ ਬਾਰੇ, ਤਾਂ ਉਸ ਨੂੰ ਇੰਨਾ ਵੱਡਾ ਸਤਿਕਾਰ ਦੇਣਾ ਨਹੀਂ ਬਣਦਾ। ਇੰਡੀਅਨ ਜਿਹੜੀ ਐਸੋਸੀਏਸ਼ਨ ਆਫ ਲਾਇਰਸ ਜਿਹੜੀ ਹੈ IAL, ਉਹਦੇ ਵੱਲੋਂ ਅੱਜ ਬਾਰ ਕੌਂਸਲ ਨੂੰ ਜਿਹੜਾ ਹੈਗਾ ਬਕਾਇਦਾ ਤੌਰ ਤੇ ਲਿਖਤੀ ਤੌਰ ਤੇ ਚਿੱਠੀ ਲਿਖੀ ਗਈ ਹੈ ਕਿ ਫੌਰੀ ਤੌਰ ਦੇ ਉੱਤੇ ਇਹ ਵਾਪਸ ਲਿਆ ਜਾਏ, ਸਤਿਕਾਰ ਦਿੱਤਾ ਹੈ। ਲਾਇਸੈਂਸ ਰੱਦ ਹੋਣਾ ਜਾਂ ਨਹੀਂ ਹੋਣਾ ਮੇਰੇ ਖਿਆਲ 'ਚ ਉਹ ਆਪਾਂ ਬਾਅਦ 'ਚ ਗੱਲ ਕਰਾਂਗੇ। ਇਸ ਸੰਸਥਾ ਦੇ ਅਹਿਮ ਅਹੁਦੇਦਾਰ ਐਡਵੋਕੇਟ ਹਰਚੰਦ ਸਿੰਘ ਬਾਠ ਇਸ ਵਕਤ ਸਾਡੇ ਨਾਲ ਸਕਾਈ ਨਿਊਜ਼ ਦੇ ਨਿਊਜ਼ ਰੂਮ 'ਚ ਬਣੇ ਹੋਏ ਨੇ। ਤੁਹਾਡਾ ਸਵਾਗਤ ਹੈ ਬਾਠ ਸਾਹਿਬ। ਮਿਹਰਬਾਨੀ, ਥੈਂਕ ਯੂ ਜੀ। ਜੋ ਚਿੱਠੀ ਤੁਹਾਡੀ ਔਰ ਐਸੋਸੀਏਸ਼ਨ ਵੱਲੋਂ ਲਿਖੀ ਗਈ ਹੈ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਨੂੰ, ਉਹ ਕੀ ਹੈ ਜੀ, ਉਹਦਾ ਮਜ਼ਮੂਨ ਕੀ ਹੈ? ਦੇਖੋ ਜੀ, ਪਹਿਲਾਂ ਤਾਂ ਮੈਂ ਜਿਹੜਾ ਨੀਲ ਜੀ ਇਹ ਗੱਲ ਕਲੀਅਰ ਕਰ ਦੇਵਾਂ, ਕਿਤੇ ਕੋਈ ਇਹੋ ਜਿਹਾ ਪ੍ਰਭਾਵ ਨਾ ਜਾਵੇ, ਇਹੋ ਜਿਹਾ ਇੰਪ੍ਰੈਸ਼ਨ ਨਾ ਜਾਵੇ ਕਿ ਮੇਰੀ ਜਿਹੜੀ ਸੰਸਥਾ ਹੈ ਉਹਦਾ ਕੋਈ ਪਰਸਨਲ ਕਿਸੇ ਤਰ੍ਹਾਂ ਦੀ ਨਾਲ ਲਾਗਤਬਾਜ਼ੀ ਜਿਹੜੀ ਆ ਕੁੰਵਰ ਵਿਜੇ ਪ੍ਰਤਾਪ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈ। ਨਾ ਹੀ ਨਿੱਜੀ ਤੌਰ ਦੇ ਉੱਤੇ ਸਾਡੀ ਉਹਦੇ ਨਾਲ ਕੋਈ ਜਾਣ ਪਛਾਣ ਆ, ਨਾ ਹੀ ਅਸੀਂ ਜਿਹੜਾ ਵਾ ਉਹਦੇ ਖਿਲਾਫ ਪਰਸਨਲ ਕਿਸੇ ਤਰ੍ਹਾਂ ਦੀ ਵੀ ਸਾਡੀ ਕੋਈ। ਅਸੀਂ ਜਿਹੜਾ ਇਸ਼ੂ ਦੇ ਉੱਤੇ ਆ, ਇਸ਼ੂ ਦੇ ਉੱਤੇ ਇਹ ਹੈ ਕਿ ਅਜੇ ਜਿਹੜਾ ਵਾ ਉਹ ਬੰਦਾ ਕੁਆਲੀਫਾਈਡ ਹੈ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਉਹ ਲਾਇਸੈਂਸ ਜਿਹੜਾ ਪ੍ਰੈਕਟਿਸ ਦਾ ਲੈ ਸਕਦਾ ਵਾ। ਉਹਦੇ ਵਿੱਚ ਇੱਕ ਸ਼ਰਤ ਹੁੰਦੀ ਹੈ, ਇਹ ਸਾਨੂੰ ਇਹਦੇ ਬਾਰੇ ਕੋਈ ਕਨਫਰਮ ਨਹੀਂ ਹੈ ਤੇ ਪਰ ਇੱਕ ਇਸ਼ੂ ਹੁੰਦਾ ਹੈ ਕਿ ਜਦੋਂ ਬੰਦਾ ਗਵਰਨਮੈਂਟ ਸਰਵਿਸ ਦੇ ਵਿੱਚ ਹੈ ਤੇ ਉਹਦਾ ਜਿਹੜਾ ਰੈਜਿਗਨੇਸ਼ਨ ਹੈ
ਉਹ ਐਕਸੈਪਟ ਹੋਣਾ ਚਾਹੀਦਾ ਕੰਪੀਟੈਂਟ ਅਥਾਰਟੀ ਵੱਲੋਂ। ਜੋ ਹੁਣ ਤੱਕ ਦੀ ਨਿਊਜ਼ ਹੈ ਮੈਂ ਉਹਦੇ ਬੇਸ ਤੇ ਹੀ ਕਹਾਂਗਾ, ਸਬਜੈਕਟ ਟੂ ਦੀ ਕਨਫਰਮੇਸ਼ਨ ਜੋ ਕੁਝ ਦਿਨਾਂ ਦੇ ਵਿੱਚ ਜਿਹੜਾ ਹੋ ਜਾਵੇ ਕਿ ਇਹਦਾ ਐਕਸੈਪਟ ਜਿਹੜਾ ਰੈਜਿਗਨੇਸ਼ਨ ਹੈ ਉਹ ਚੀਫ ਮਿਨਿਸਟਰ ਨੇ ਜਿਹੜਾ ਵਾ ਉਹ ਐਕਸੈਪਟ ਕੀਤਾ। ਪਰ ਮੈਂ ਇੱਕ ਗੱਲ ਜੀ ਕਲੈਰੀਫਾਈ ਕਰ ਦਵਾਂ ਕਿ ਰਿਜ਼ਾਈਨ ਜਿਹੜਾ ਵਾ ਉਹੀ ਅਪਰੂਵ ਕਰ ਸਕਦਾ, ਉਹੀ ਐਕਸੈਪਟ ਕਰ ਸਕਦਾ ਜਿਹੜੀ ਅਪਾਇੰਟਿੰਗ ਅਥਾਰਟੀ ਹੁੰਦੀ ਆ। ਇਨ ਦਿਸ ਕੇਸ ਇਹ IPS ਆਫਿਸਰ ਆ। IPS ਆਫਿਸਰ ਦੀ ਕੰਪੀਟੈਂਟ ਅਪਾਇੰਟਿੰਗ ਅਥਾਰਟੀ ਜਿਹੜੀ ਹੋਮ ਮਿਨਿਸਟਰੀ, ਜਿਹੜੀ ਸੈਂਟਰ ਦੀ ਹੋਮ ਮਿਨਿਸਟਰੀ ਹੈ ਉਹ ਹੁੰਦੀ ਹੈ। ਇਸ ਕਰਕੇ ਉਹ ਜਿਹੜਾ ਰੈਜਿਗਨੇਸ਼ਨ ਕੋਈ ਦਿੰਦਾ ਜਦੋਂ, ਤੇ ਉਹ ਜਿਹੜੀ ਫਾਈਨਲ ਅਥਾਰਟੀ ਐਕਸੈਪਟ ਕਰਨ ਦੀ ਉਹ ਹੋਮ ਮਿਨਿਸਟਰੀ ਹੀ ਹੁੰਦੀ ਹੈ। ਉਹਦਾ ਇੱਕ ਪ੍ਰੋਸੀਜਰ ਹੈ। ਜਦੋਂ ਕੋਈ ਵਲੰਟਰੀ ਰਿਟਾਇਰਮੈਂਟ ਜਾਂ ਪ੍ਰੀ ਮੈਚੁਰ ਰਿਟਾਇਰਮੈਂਟ ਜਿਹਨੂੰ ਅਸੀਂ ਕਹਿੰਦੇ ਆ ਉਹ ਲੈ ਰਿਹਾ, ਤੇ ਕਿਉਂਕਿ ਜੇ ਉਹਦੀ ਨੌਕਰੀ ਜਿਹੜੀ ਆ ਉਹ ਪੈਂਡਿੰਗ ਆ, ਤਾਂ ਉਸ ਵੇਲੇ ਉਹਦੇ ਤੋਂ ਜਿਹੜੇ ਆ ਨੋ ਆਬਜੈਕਸ਼ਨ, ਨੋ ਡਿਊ ਸਰਟੀਫਿਕੇਟ, ਵੱਖਰੇ ਵੱਖਰੇ ਜਿਹੜੇ ਬ੍ਰਾਂਚਾਂ ਨੇ, ਡਿਪਾਰਟਮੈਂਟ ਨੇ, ਪੰਜਾਬ ਗਵਰਨਮੈਂਟ ਆ ਜਾਂ ਪਹਿਲਾਂ ਜਿੱਥੇ ਵੀ ਰਹੇ ਸੀ ਉਹਨਾਂ ਤੋਂ ਲੈ ਜਾਂਦੇ ਨੇ। ਉਸ ਤੋਂ ਬਾਅਦ ਫਾਰਮੈਲਿਟੀ ਕਰਨ ਤੋਂ ਬਾਅਦ ਕਿ ਇਹਦੇ ਖਿਲਾਫ ਕੋਈ ਡਿਸਪਲਿਨਰੀ ਪ੍ਰੋਸੀਡਿੰਗ ਪੈਂਡਿੰਗ ਨਹੀਂ, ਕੁਝ ਨਹੀਂ ਹੈ, ਤੇ ਰਿਜ਼ਾਈਨ ਜਿਹੜਾ ਐਕਸੈਪਟ ਕੀਤਾ ਜਾਣਾ। ਉਹ ਇਸ਼ੂ ਜਿਹੜਾ ਓਪਨ ਹੈ, ਵੀ ਆਰ ਨਾਟ ਗੋਇੰਗ ਇਨਟੂ ਦੈਟ। ਸਾਡਾ ਜਿਹੜਾ ਕੰਸਰਨ ਹੈ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਹੈ ਹਾਈ ਕੋਰਟ ਨੇ ਇੰਨੇ ਸਖਤ ਸਟ੍ਰਿਕਚਰ ਜਿਹੜੇ ਪਾਸ ਕੀਤੇ ਆ ਕਿ ਇਹਨੇ ਬਲੰਡਰਸ ਜਿਹੜੀਆਂ ਕੀਤੀਆਂ, ਇੱਕ ਆਪਣੀ ਪੋਲੀਟੀਕਲ ਅੰਬੀਸ਼ੀਅਸ ਨੂੰ ਜਿਹੜਾ ਵਾ ਆਪਣੀ ਨੌਕਰੀ ਛੱਡਣ ਤੋਂ ਬਾਅਦ ਉਹਨੂੰ ਪਾਲਣ ਦੇ ਲਈ, ਫਰਦਰੈਂਸ ਕਰਨ ਦੇ ਲਈ ਇਹਨੇ ਜਿਹੜਾ ਵਾ ਇਹ ਸਾਰਾ ਕੁਝ ਗਲਤ ਇਨਵੈਸਟੀਗੇਸ਼ਨ ਜਿਹੜੀ ਆ ਕੀਤੀ ਹੈ, ਜਿਹਦੇ ਵਿੱਚ ਜਿਹੜੇ ਬਿਆਨ ਵੀ ਜਿਹੜੇ ਆ ਉਹ ਮੈਨੂਫੈਕਚਰ ਜਿਹੜੇ ਆਪਣੇ ਕੀਤੇ ਆਪਣੇ ਆਪ ਨੂੰ ਸੂਟ ਕਰਨ ਦੇ ਲਈ। ਇਹਨੇ ਜਿਹੜੀ ਆ ਮਤਲਬ ਇੱਕ ਦਾ ਪੋਲੀਟੀਕਲ ਏਜੰਡਾ ਸੀ। ਇਹਨੇ ਜਿਹੜੇ ਆ ਮਤਲਬ ਗਲਤ ਤਰੀਕੇ ਨਾਲ ਜਿਹੜਾ ਵਾ ਉਹ SHO ਗੁਰਦੀਪ ਸਿੰਘ ਨੂੰ ਦੂਸਰੇ ਕੇਸ ਦੇ ਵਿੱਚ ਫਸਾਉਣ ਦਾ ਯਤਨ ਕੀਤਾ, ਔਰ ਹੋਰ ਬਹੁਤ ਸਾਰੇ ਸਟ੍ਰਿਕਚਰ ਜਿਹੜੇ ਆ ਉਹ ਜੱਜਮੈਂਟ ਦੇ ਵਿੱਚ ਹੈ। ਉਸ ਬੰਦੇ ਨੂੰ ਤੁਸੀਂ ਉਸੇ ਦਿਨ ਹੀ ਜਿਹੜਾ ਹੈ ਉਹ ਨੋਮੀਨੇਟ ਕਰ ਰਹੇ ਹੋ, ਜਦੋਂ ਕਿ ਅਜੇ ਜਿਹੜਾ ਵਾ ਉਹ ਉਹਦੀ ਜਿਹੜੀ ਮੈਂਬਰਸ਼ਿਪ ਵੀ ਫਾਈਨਲ ਨਹੀਂ ਹੋਈ। ਉਸੇ ਦਿਨ ਦੇ ਵਿੱਚ ਹੀ ਜਿਹੜਾ ਉਹ ਅਪਲਾਈ ਕਰਕੇ, ਇੱਕ ਸਾਡਾ ਸਿਸਟਮ ਹੈ ਉਹਦੇ ਵਿੱਚ ਜਿਹਨੂੰ ਤਤਕਾਲ ਸਿਸਟਮ ਕਹਿੰਦੇ ਆ, ਜਿਹਦੇ ਵਿੱਚ ਕੋਈ ਬੰਦਾ ਜਿਹੜਾ ਵਾ ਉਹ ਵੱਧ ਪੈਸੇ ਭਰ ਕੇ ਲਾਇਸੈਂਸ ਲੈ ਸਕਦਾ, ਡੈਟ ਇਜ਼ ਪ੍ਰੋਸੀਜਰ, ਨੋ ਆਬਜੈਕਸ਼ਨ। ਪਰ ਇੱਕ ਡਿਸਪਲਿਨਰੀ ਕਮੇਟੀ ਸਾਡੀ ਬਾਰ ਕੌਂਸਲ ਦੀ ਉਹ ਹੁੰਦੀ ਹੈ ਕਿ ਜਿਹੜੀਆਂ ਵੀ ਕੋਈ ਮਿਸਕੰਡਕਟ, ਜਿਹੜੇ ਵਕੀਲਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਕਲਾਇੰਟਾਂ ਦੇ ਨਾਲ, ਜੱਜਾਂ ਦੇ ਨਾਲ, ਕਿਸੇ ਜੱਜ ਦੇ ਨਾਲ ਕਿਸੇ ਵੀ ਤਰੀਕੇ ਨਾਲ ਜਿਹੜਾ ਕੋਈ ਮਿਸਕੰਡਕਟ ਉਹਦਾ ਹੁੰਦਾ, ਪ੍ਰੋਫੈਸ਼ਨਲ ਮਿਸਕੰਡਕਟ ਆਈ ਸਿੰਘ ਕਿ ਉਹਦਾ ਹੁੰਦਾ, ਤੇ ਉਹ ਫਿਰ ਜਿਹੜੀ ਕੰਪਲੇਂਟ ਹੈ ਉਹ ਬਾਰ ਕੌਂਸਲ ਕੋ ਆਉਂਦੀ ਹੈ। ਬਾਰ ਕੌਂਸਲ ਫਿਰ ਜਿਹੜੀ ਕੰਪਲੇਨੈਂਟ ਪਾਰਟੀ ਆ, ਵਕੀਲ ਆ, ਦੋਨਾਂ ਨੂੰ ਸੁਣਦੀ ਹੈ। ਸੁਣ ਕੇ ਫਿਰ ਉਹਦੇ ਤੇ ਜੁਡੀਸ਼ੀਅਲ ਜਿਹੜੀ ਹੈ, ਕੁਆਸੀ ਜੁਡੀਸ਼ੀਅਲ ਜਿਹੜੀ ਹੈ ਉਹ ਜੱਜਮੈਂਟ ਪਾਸ ਕਰਦੀ ਆ, ਚਾਹੇ ਉਹਨੂੰ ਦੋਸ਼ੀ ਠਹਿਰਾਵੇ, ਚਾਹੇ ਉਹਨੂੰ ਇਨੋਸੈਂਟ ਕਰ ਦੇਵੇ। ਕਾਰਜ ਪ੍ਰਣਾਲੀ ਆ, ਇਹ ਉਹਦੀ ਕਾਰਜ ਪ੍ਰਣਾਲੀ ਆ। ਉਹਨੇ ਉੱਥੇ ਬੈਠ ਕੇ ਨਿਆਂ ਕਰਨਾ। ਉਹ ਜੱਜ ਦੀ ਕੁਰਸੀ ਹੈ, ਉਹ ਜੱਜ ਦੀ ਕੁਰਸੀ ਹੈ। ਜਿਹੜਾ ਉਹਦਾ ਪਾਰਟ ਹੁੰਦਾ ਉਹਦੇ ਵਿੱਚ 2 ਮੈਂਬਰ ਜਿਹੜੇ ਆ ਉਹ ਬਾਰ ਕੌਂਸਲ ਦੇ ਹੁੰਦੇ ਆ। ਇੱਕ ਪਾਸੇ ਜਿੱਥੇ ਹਾਈ ਕੋਰਟ ਦੇ ਜੱਜ ਜਿਹੜੇ ਨੇ, ਸਿੰਗਲ ਬੈਂਚ ਦੇ ਜੱਜ ਨੇ, ਉਹ ਉਸ ਵਿਅਕਤੀ ਨੂੰ ਝਾੜ ਪਾ ਰਹੇ ਨੇ, ਤੁਸੀਂ ਉਹ ਜੱਜ ਦੀ ਕੁਰਸੀ ਤੇ ਬਿਠਾ ਰਹੇ ਹੋ। ਉਹ ਬਿਠਾ ਰਹੇ, ਉਹ ਵੀ ਵਿਦਆਊਟ ਫੋਲੋਇੰਗ ਦੀ ਪ੍ਰੋਪਰ ਪ੍ਰੋਸੀਜਰ ਕੀ ਹੈ? ਪ੍ਰੋਸੀਜਰ ਜਿਹੜਾ ਮੈਂ ਉਸ ਤੇ ਕੱਲ ਜਿਹੜੇ ਆ, ਜਦੋਂ ਇਹਨਾਂ ਨੂੰ ਲਾਇਸੈਂਸ ਦਿੱਤਾ ਗਿਆ ਤਾਂ ਉਸ ਵੇਲੇ ਸਿਰਫ ਬਾਰ ਕੌਂਸਲ ਦੇ 4 ਮੈਂਬਰ ਉੱਥੇ ਹਾਜ਼ਰ ਸੀ ਸਾਡੀ ਜਾਣਕਾਰੀ ਦੇ ਮੁਤਾਬਕ। ਅਸੀਂ ਉਸ ਤੋਂ ਕਿਉਂਕਿ ਲੇਟ ਈਵਨਿੰਗ ਜਿਹੜੀ ਉਹ ਨਿਊਜ਼ ਹੋਈ, ਅਸੀਂ ਬਹੁਤ ਸਾਰੇ ਜਿਹੜੇ ਸਾਡੇ ਜਾਣ ਪਛਾਣ ਵਾਲੇ ਬਾਰ ਕੌਂਸਲ ਦੇ ਮੈਂਬਰ ਆ, ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ। ਉਹ ਕਹਿੰਦੇ ਸਾਨੂੰ ਬਿਲਕੁਲ ਕੁਝ ਨਹੀਂ ਪੁੱਛਿਆ ਗਿਆ, ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਕੱਲ ਬਾਰ ਕੌਂਸਲ ਦੀ ਜਨਰਲ ਹਾਊਸ ਦੀ ਕੋਈ ਮੀਟਿੰਗ ਨਹੀਂ ਹੋਈ ਹੈ। ਇਸ ਕਰਕੇ ਇਹ ਬਾਰ ਕੌਂਸਲ ਦਾ ਕਲੈਕਟਿਵ ਡਿਸੀਜਨ ਕੋਈ ਨਹੀਂ ਹੈ ਜਿਹੜਾ ਰੂਲ ਮੁਤਾਬਕ ਚਾਹੀਦਾ ਹੈ। ਇਹ ਜਿਹੜੇ ਉੱਥੇ 3-4 ਬੰਦੇ ਬੈਠੇ ਸੀ, ਉਹਨਾਂ ਨੇ ਜਿਹੜਾ ਵਾ ਪਤਾ ਨਹੀਂ ਕਿਸ ਕੰਸੀਡਰੇਸ਼ਨ ਕਰਕੇ, ਕਿਸ ਤਰੀਕੇ ਨਾਲ ਕਰਕੇ ਉਹ ਕਰ ਲਿਆ ਗਿਆ। ਉਹਨਾਂ ਨੇ ਇਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਜਿਹੜਾ ਵਾ ਇਸ ਇਸ਼ੂ ਨੂੰ ਲੈ ਰਹੇ ਹਾਂ, ਇਹ ਜੋ ਹੋਇਆ ਬਿਲਕੁਲ ਗਲਤ ਹੋਇਆ, ਤੇ ਅਸੀਂ ਜਿਹੜਾ ਗਲਤ ਆਰਡਰ ਪਾਸ ਕੀਤਾ, ਜਿਹੜਾ ਕੋਆਪਟ ਕੀਤਾ ਇਹੋ ਜਿਹੀ ਕੁਆਸ਼ੀਅਲ ਜੁਡੀਸ਼ੀਅਲ ਪੋਸਟ ਦੇ ਉੱਤੇ ਜਿਹਨੇ ਨਿਆਂ ਦੀ ਕੁਰਸੀ ਤੇ ਬੈਠਣਾ ਤੇ ਬਹੁਤ ਸਾਰੇ ਜਿਹੜੇ ਸੀਨੀਅਰ ਵਕੀਲ ਤੱਕ ਨੂੰ ਡੀਲ ਕਰਨਾ, ਔਰ ਉਹਦਾ ਜੇ ਇੱਕ ਦਿਨ ਦਾ ਤਜਰਬਾ ਨਹੀਂ ਹੈ, ਤੁਸੀਂ ਉਸ ਨੂੰ ਬਿਨਾਂ ਪ੍ਰੋਪਰ ਪ੍ਰੋਸੀਜਰ ਫਾਲੋ ਕੀਤੇ ਉੱਥੇ ਬਿਠਾ ਦਿੱਤਾ। ਇਹ ਰੋਂਗ ਹੈ, ਗਲਤ ਹੈ, ਰੋਂਗ ਪ੍ਰੈਸੀਡੈਂਟ ਹੈ। ਇਸ ਕਰਕੇ ਜਿਹੜਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਬਹੁਤ ਸਾਰੇ ਬਾਰ ਕੌਂਸਲ ਦੇ ਮੈਂਬਰ ਨੂੰ ਕਿ ਗਲਤ ਹੋਇਆ ਤੇ ਅਸੀਂ ਇਹਨੂੰ ਜਿਹੜਾ ਸਕ੍ਰੈਪ ਕਰਾਵਾਂਗੇ। ਅਸੀਂ ਇਹ ਆਰਡਰ ਜਿਹੜਾ ਕੋਆਪਸ਼ਨ ਦਾ ਹੈ
ਉਹਨੂੰ ਨੋਮੀਨੇਟ ਕਰਨ ਦਾ ਉਹ ਵਾਪਸ ਕਰਾਓ। ਜੀ ਅਸੀਂ ਇੰਡੀਅਨ ਐਸੋਸੀਏਸ਼ਨ ਆਫ ਲਾਇਰਸ ਦੇ ਅਹੁਦੇਦਾਰ ਜਿਹੜੇ ਨੇ, ਪ੍ਰਮੁੱਖ ਅਹੁਦੇਦਾਰ ਐਡਵੋਕੇਟ ਐਚ.ਐਸ. ਬਾਠ, ਉਹਨਾਂ ਨਾਲ ਗੱਲਬਾਤ ਕਰ ਰਹੇ ਸੀ, ਜਿਸ 'ਚ ਉਹਨਾਂ ਨੇ 2 ਨੁਕਤੇ ਜਿਹੜੇ ਨੇ ਮੋਟੇ ਤੌਰ ਤੇ ਉਭਾਰੇ ਨੇ ਕਿ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਜਾਂ ਬਾਰ ਕੌਂਸਲ ਕਿਸੇ ਵੀ ਹਾਈ ਕੋਰਟ ਦੀ ਹੋਵੇ, ਉਹਦਾ ਇੱਕ ਤਰੀਕਾ ਹੁੰਦਾ, ਉਹਦੀ ਕਾਰਜ ਪ੍ਰਣਾਲੀ ਹੁੰਦੀ ਹੈ ਜਿਸ ਤਹਿਤ ਕਿਸ ਬੰਦੇ ਨੂੰ ਲਾਇਸੈਂਸ ਦੇਣਾ ਹੁੰਦਾ ਹੈ। ਲਾਇਸੈਂਸ ਦੇਣ ਦੇ ਵੀ ਕਈ ਤਰੀਕੇ ਨੇ, ਇੱਕ ਸਮਾਂ ਪ੍ਰਕਿਰਿਆ ਵੀ ਹੈ ਤੇ ਇੱਕ ਤਤਕਾਲ ਦਾ ਵੀ ਸਿਸਟਮ ਹੈ ਕਿ ਜਿਸ 'ਚ ਫੀਸ ਕੁਝ ਜ਼ਿਆਦਾ ਹੁੰਦੀ ਹੈ ਤੇ ਬਾਕੀ ਸ਼ਰਤਾਂ ਪੂਰੀਆਂ ਕਰਨੀਆਂ ਹੁੰਦੀਆਂ ਨੇ। ਚਲੋ ਇਹਨਾਂ ਕੋਲ ਲਾ ਦੀ ਡਿਗਰੀ ਕੁੰਵਰ ਵਿਜੇ ਪ੍ਰਤਾਪ ਉਹਨਾਂ ਕੋਲ ਹੈ ਤਾਂ ਉਹ ਇਸ ਦੇ ਹੱਕਦਾਰ ਬਣਦੇ ਨੇ, ਪਰ ਜਿਸ ਤਰ੍ਹਾਂ ਉਹਨਾਂ ਨੂੰ ਅਨੁਸ਼ਾਸਨੀ ਕਮੇਟੀ ਦੇ ਵਿੱਚ ਅਹਿਮ ਸਤਿਕਾਰਤ ਅਹੁਦੇ ਦੇ ਉੱਤੇ ਬਿਠਾ ਦਿੱਤਾ ਗਿਆ, ਇੱਕ ਪ੍ਰੋਸੀਜਰ ਨੂੰ ਜੋ ਇਹਨਾਂ ਦਾ ਕਹਿਣਾ ਹੈ ਕਿ ਉਹਨੂੰ ਜਿਹੜਾ ਹੈਗਾ ਅੱਖੋਂ ਪਰੋਖੋ ਕਰਦੇ ਹੋਏ, ਉਸ ਅੱਖੋਂ ਪਰੋਖੇ ਕਰਨ ਦੇ ਵਿੱਚ ਕੀ ਕਾਰਨ ਰਹੇ ਨੇ ਉਹ ਵੱਖਰੀ ਜਿਹੜੀ ਹੈਗੀ ਚਰਚਾ ਦਾ ਵਿਸ਼ਾ ਹੋ ਸਕਦੇ ਨੇ, ਪਰ ਇਹ ਸਾਰੀ ਚੀਜ਼ ਨੂੰ ਹੋਰ ਜ਼ਿਆਦਾ ਸ਼ੱਕੀ ਇਹ ਸਾਰੀ ਚੀਜ਼ ਬਣ ਰਹੀ ਹੈ ਕਿਉਂਕਿ ਲਗਾਤਾਰ ਸਵੇਰੇ ਘਟਨਾ ਕੁਝ ਹੋਰ ਹੁੰਦੀ ਹੈ, ਸ਼ਾਮ ਨੂੰ ਕੁਝ ਹੋਰ ਹੋ ਜਾਂਦੀ ਹੈ, ਦੂਜੇ ਦਿਨ ਸਵੇਰ ਕੁਝ ਹੋਰ ਹੁੰਦੀ ਹੈ ਤੇ ਦੂਜੇ ਦਿਨ ਤਰਕਾਲਾਂ ਨੂੰ ਜਿਹੜੀ ਹੈਗੀ ਹੈ ਗੱਲ ਕਿਤੇ ਹੋਰ ਜਾ ਰਹੀ ਹੈ। ਇਸ ਕਰਕੇ ਇਸ ਤਰ੍ਹਾਂ ਦੇ ਸਮੇਂ 'ਚ ਲੋੜ ਹੈ ਕਿ ਕੋਈ ਵੀ ਅਥਾਰਟੀ ਹੈ, ਭਾਵੇਂ ਉਹ ਬਾਰ ਕੌਂਸਲ ਹੈ, ਭਾਵੇਂ ਇਹਨਾਂ ਦੀ ਐਸੋਸੀਏਸ਼ਨ ਵੀ ਕਹਿ ਲਓ, ਭਾਵੇਂ ਪੰਜਾਬ ਸਰਕਾਰ ਹੈ, ਕੇਂਦਰ ਦਾ ਗ੍ਰਹਿ ਮੰਤਰਾਲਾ ਹੈ, ਉਹਨਾਂ ਨੂੰ ਬੜਾ ਬੋਝ ਕੇ ਪੈਰ ਰੱਖਣ ਦੀ ਲੋੜ ਹੈ ਤਾਂ ਕਿ ਕਿਸੇ ਦੀ ਕਿਰਕਰੀ ਨਾ ਹੋਵੇ, ਕਿਸੇ ਦਾ ਮਜ਼ਾਕ ਨਾ ਹੋਵੇ ਤੇ ਵੱਡੇ ਸੰਸਥਾ, ਵੱਡੀਆਂ ਅਥਾਰਟੀਆਂ ਦੀ ਜਿਹੜੀ ਹੈਗੀ ਹੈ ਉਹਨਾਂ ਦਾ ਵੀ ਜਿਹੜਾ ਮਾਣ ਸਤਿਕਾਰ ਜਿਹੜਾ ਹੈ ਉਹ ਬਰਕਰਾਰ ਰਹਿ ਸਕੇ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।